ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। तेरे कवन कवन गुण कह कहे गावा, तू साहिब गुणी निधाना। तुमरी महिमा वर्णना साकूं, तू ठाकुर ऊच भगवाना। सतनाम वाहेगुरु साहिब जियो। सूही महला पहला, गुर महली कर अपने, सो भरपुर लीना। सेवक सेवा तां करे, सच शब्द पतीना। गुर महली घर अपने, सो भरपुर लीना। सेवक सेवा तां करे, सच शब्द पतीना। शब्दे पतीजै अंक पीजै, सो महल महला अंतरे। आप करता करे सोई, प्रभ आप अंत निरंतरे। गुर शब्द मेला तां सुहेला, बाजंत अनहद बीणा। गुर महली कर अपने, सो भरपुर लीना। कीता क्या सालाहीऐ, कर वेखै सोई। तां की कीमत ना पवै, जे लोचै कोई। कीमत सो पावै, आप जणावै। आप अभुल न भुलहे, जय जयकार करें तुद भावें। गुर कै शब्द अमुल्हे, हीणो नीच करो बेनंती। साच ना छोड़ो भाई, नानक जिन कर देखिया, देवै मत साई। हीणो नीच करो बेनंती, साच न छोड़ो भाई। नानक जिन कर देखिया, देवै मत साई। वाहिगुरु जी का खालसा, वाहिगुरु जी की फतेह। जुगो जुग अटल शब्द सतगुरु धन धन गुरु ग्रंथ साहिब जी, गुरु पातशाह जी दी अपर अपार अजीम नवाजिश है, बख्शिश है। संध्या समय असी सत्संगत दा समा माण पा रहे हैं। वर्चुअल संगत वड्डे तौर ते इस दीवान दा शाम सवेर के दीवान दा आनंद माणदी है। सो आप भावें टैलीविजन राही या होर सोशल मीडिया के कनैक्शनस राही गुरशब्द नाल आत्मसात हो रहे हो, वडभागता है। लड़ीवार गुरबाणी व्याख्या विच सूही राग विचारिया जा रहा है। छंतां दे बचनां दी विचार हो रही है। गुरु नानक साहब द्वारा उचरित किया है मेरा शब्द है। 9 पदे ने दे टोटल। असी अजे तक 7 बंदा की विचार की है।
8 ਨੰਬਰ ਪਦੇ ਦੀ ਪਹਿਲੀ ਸਤਰ ਤੋਂ ਹੀ ਵਿਚਾਰ ਦਾ ਆਗਾਜ਼ ਕਰ ਰਹੇ ਹਾਂ। ਸਾਹਿਬ ਜ਼ਿਕਰ ਕਰ ਰਹੇ ਨੇ, ਗੁਰ ਮਹਿਲੀ ਕਰੇ ਆਪਣੈ ਸੋ ਭਰਪੁਰ ਲੀਣਾ, ਸੇਵਕ ਸੇਵਾ ਤਾਂ ਕਰੇ ਸਚ ਸ਼ਬਦ ਪਤੀਣਾ। ਗੁਰਬਾਣੀ ਦੀ ਵਿਆਖਿਆ ਦੇ ਵਿੱਚ ਜਿਹੜੀਆਂ ਸ਼ਬਦ ਸ਼ਕਤੀਆਂ ਨੇ, ਜਿਹਨੂੰ ਅਸੀਂ ਕਹਿ ਲਓ ਕਿ ਜਿਹੜੇ ਵਰਡਸ ਨੂੰ ਪਾਰਟ ਆਫ ਸਪੀਚ ਦੇ ਅਕੋਰਡਿੰਗਲੀ, ਉਹਦੇ ਕੌਨਟੈਕਸਟ ਦੇ ਅਕੋਰਡਿੰਗਲੀ ਅਸੀਂ ਜੇ ਨਹੀਂ ਸਮਝ ਪਾਉਂਦੇ ਤਾਂ ਅਸੀਂ ਸਮੁੱਚੇ ਸ਼ਬਦ ਪ੍ਰਸੰਗ ਨਾਲ ਜਸਟਿਸ ਨਹੀਂ ਕਰ ਪਾਉਂਦੇ। ਇਹਨੂੰ ਮੈਂ ਜੇ ਸਰਲ ਭਾਸ਼ਾ 'ਚ ਕਹਾਂ ਤੇ ਜੋ ਇੱਕ ਵਰਡ, ਇੱਕ ਸ਼ਬਦ ਆਉਂਦਾ ਆ ਕਿਤੇ, ਉਹਨੂੰ ਪ੍ਰਸੰਗ ਤੋਂ ਤੋੜ ਕੇ ਤੁਸੀਂ ਨਹੀਂ ਵੇਖ ਸਕਦੇ। ਕਈ ਵਾਰ ਐਸਾ ਹੁੰਦਾ ਹੈ ਕਿ ਇੱਕੋ ਹੀ ਵਰਡ, ਮਤਲਬ ਉਹ ਸ਼ਬਦ ਜਿਹੜਾ ਆ ਉਹ ਡਿਫਰੈਂਟ ਪੰਕਤੀਆਂ 'ਚ ਮਿਲਣਗੇ ਤੁਹਾਨੂੰ, ਪਰ ਹਰ ਪੰਕਤੀ ਦੇ ਵਿੱਚ ਉਹਦੇ ਮਾਇਨੇ ਬਦਲਣਗੇ। ਸੋ ਸਾਨੂੰ ਇਹ ਇਸ ਤਰ੍ਹਾਂ ਕਿਹਾ ਗਿਆ ਕਿ ਇੱਕ ਵਰਡ, ਇੱਕ ਸ਼ਬਦ ਇੱਕ ਤੋਂ ਵਧੇਕ ਅਰਥਾਂ ਦੇ ਵਿੱਚ ਇਸਤੇਮਾਲ ਹੋਇਆ ਆ। ਮੈਂ ਅਕਸਰ ਇਹਦੀ ਬਾਤ ਪਾਉਂਦਾ ਆ, ਐਗਜ਼ਾਮਪਲਸ ਦੇਵਾਂ ਤੁਹਾਡੇ ਸਾਹਮਣੇ। ਅਤੇ ਸਿੰਪਲ ਇਹ ਹੈ ਕਿ ਜਿਵੇਂ ਤੁਸੀਂ ਕੋਈ ਸ਼ਬਦ ਲੈ ਲਓ, ਸਪੋਜ਼ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬੜੀ ਸ਼ੁਰੂਆਤ ਵਿੱਚ ਰਚਨਾ ਜਪਜੀ ਸਾਹਿਬ ਪੜ੍ਹਦੇ ਹਾਂ ਅਤੇ ਉਹਦੇ 'ਚ ਹੁੰਦਾ ਗੁਰਪ੍ਰਸਾਦ ਜਪ। ਤੁਸੀਂ ਇੱਕ ਵਾਰੀ ਪੜ੍ਹ ਲਿਆ, ਥੋੜ੍ਹਾ ਜਿਹਾ ਅੱਗੇ ਆ ਜਾਓ, ਤੁਸੀਂ ਉੱਥੇ ਦੇਖੋਗੇ ਜਪ ਜਿਵੇਂ ਸਪੈਲ ਹੋਇਆ ਆ, ਜੱਜਾ ਆ, ਪੱਪਾ ਪੱਪੇ ਨੂੰ ਔਂਕੜ ਆ, ਪ੍ਰੋਨਾਊਂਸੀਏਸ਼ਨ ਜਪ ਹੀ ਆ ਉਹਦੀ। ਥੋੜ੍ਹਾ ਅੱਗੇ ਆ ਗਏ, ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪਤਾਓ। ਹੁਣ ਇੱਥੇ ਸੈਕਿੰਡ ਟਾਈਮ ਆਇਆ ਜਪ। ਜਦੋਂ ਇੱਥੇ ਆਇਆ ਆ ਤੇ ਉੱਥੇ ਤੁਹਾਨੂੰ ਪਤਾ ਲੱਗਾ ਸਪੈਲਿੰਗ ਡਿਫਰੈਂਟ ਹੈਗੇ। ਪੱਪੇ ਦਾ ਜਿਹੜਾ ਪੈਰ ਆ ਮੁਕਤਾ ਆ, ਕੌਨਟੈਕਸਟ ਦੇ ਅਕੋਰਡਿੰਗਲੀ ਉਹਦੇ ਅਰਥ ਕਰਨੇ ਪੈਣਗੇ, ਗ੍ਰਾਮੈਟੀਕਲ ਸਿਸਟਮ ਦੇ ਮੁਤਾਬਕ। ਜਾਂ ਹੋਰ ਬਹੁਤ ਸਾਰੇ ਸ਼ਬਦ ਨੇ, ਜਿਵੇਂ ਅਸੀਂ ਸ਼ਬਦ ਪੜ੍ਹਦੇ ਹਾਂ, ਗਾਵੈ ਕੋ ਜੀ ਲੈ ਫਿਰ ਦੇ ਸ਼ਬਦ ਆ ਗਿਆ। ਤੁਸੀਂ ਅੱਗੇ ਥੋੜ੍ਹਾ ਆ ਜਾਓਗੇ, ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ, ਫਿਰ ਦੇ ਸ਼ਬਦ ਆ ਗਿਆ। ਤੁਸੀਂ ਅੱਗੇ ਜਾ ਕੇ ਫਿਰ ਪੜ੍ਹੋਗੇ, ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰਸ ਕੇ, ਫਿਰ ਦੇ ਸ਼ਬਦ ਹੈ। ਪਰ ਹੁਣ ਪ੍ਰਸੰਗ ਦੇ ਮੁਤਾਬਕ, ਕੌਨਟੈਕਸਟ ਦੇ ਅਕੋਰਡਿੰਗਲੀ। ਸੋ ਇਸ ਚੀਜ਼ ਨੂੰ ਅਸੀਂ ਦੇਖਣਾ ਹੈ। ਜੇ ਇਸ ਚੀਜ਼ ਨੂੰ ਧਿਆਨ 'ਚ ਰੱਖਾਂਗੇ ਤੇ ਫਿਰ ਉਸ ਪੰਕਤੀ ਦੇ ਨਾਲ ਉਹਨੂੰ ਅੰਡਰਸਟੈਂਡ ਕਰਦੇ ਹਾਂ, ਉਹਦੇ ਨਾਲ ਸਾਂਝ ਪਾਉਂਦੇ ਹਾਂ, ਅਸੀਂ ਨਿਆਂ ਕਰ ਸਕਾਂਗੇ। ਇਹ ਬਾਤ ਕਹਿਣ ਦਾ ਮੇਰਾ ਮਾਇਨਾ, ਜਿਵੇਂ ਸਾਡੇ ਸਾਹਮਣੇ ਹੁਣ ਪੰਕਤੀਆਂ ਆ ਰਹੀਆਂ ਨੇ, ਗੁਰ ਮਹਿਲੀ ਕਰੇ ਆਪਣੈ ਸੋ ਭਰਪੁਰ ਲੀਣਾ। ਇਹਦੇ ਅਰਥ ਗੁਰਮਹਿਲੀ, ਗੁਰਮਹਿਲੀ ਅਸੀਂ ਕਹਿ ਸਕਦੇ ਹਾਂ ਗੁਰੂ ਦਾ ਮਹਿਲ, ਇਹ ਟਰਾਂਸਲੇਸ਼ਨ ਵੀ ਹੋ ਸਕਦੀ ਹੈ। ਪਰ ਇੱਥੇ ਗੱਲ ਹੋ ਰਹੀ ਹੈ ਅਕਾਲ ਪੁਰਖ ਵਾਹਿਗੁਰੂ ਜੀ ਦੀ, ਮਤਲਬ ਉਸ ਪਰਿਪੂਰਨ ਹਸਤੀ ਦੀ, ਉਹ ਅੱਗੇ ਭਰਪੂਰ ਲੀਣਾ, ਜਿਹੜਾ ਜਰਰੇ ਜਰਰੇ 'ਚ ਮੌਜੂਦ ਬੈਠਾ, ਉਹਦੀ ਬਾਤ ਹੋ ਰਹੀ ਹੈ। ਅਸੀਂ ਸ਼ਬਦ ਪੜ੍ਹੀਏ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਜਾਂ ਭੱਟਾਂ ਦਾ ਸਵਈਆ ਪੜ੍ਹਿਆ ਜਾਂਦਾ ਹੈ, ਗੁਰੂ ਮੁਖ ਦੇਖ ਗਰੂ ਸੁਖ ਪਾਇਓ, ਹੁਤੀ ਜੋ ਪਿਆਸ ਪੀਊਸ਼ ਪੀਵਨ ਕੇ, ਬਿੰਛਤ ਸਿੱਧ ਕੋ ਬਿੱਧ ਮਿਲਾਇਓ। ਉਹ ਵਾਲਾ ਜਿਹੜਾ ਸਵਈਆ ਹੈ ਗੁਰੂ ਰਾਮਦਾਸ ਸਾਹਿਬ ਦੀ ਸਤੁਤੀ ਦੇ ਵਿੱਚ, ਕਿ ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਜਦੋਂ ਮੈਂ ਗੁਰੂ ਦਾ ਮੁਖ ਦੇਖਿਆ, ਤੇ ਕਈ ਵਾਰ ਸੰਪਰਦਾਇ ਜਾਂ ਉਹੋ ਜਿਹੇ ਟੀਕੇਕਾਰਾਂ ਨੇ ਕਿਹਾ ਕਿ ਹਾਂ ਇਹਨਾਂ ਅਸਲ ਦੇ ਵਿੱਚ ਅਰਥ ਇਸ ਤਰ੍ਹਾਂ ਬਣਦੇ ਨੇ ਵੀ ਇੱਕ ਗੁਰੂ ਨੇ ਦੂਜੇ ਗੁਰੂ ਦਾ ਮੁਖ ਦੇਖ ਕੇ ਸੁਖ ਪ੍ਰਾਪਤ ਕੀਤਾ। ਅਸਲ ਵਿੱਚ ਵਰਡ ਵੀ ਉੱਥੇ ਥੋੜ੍ਹਾ ਜਿਹਾ ਡਿਫਰੈਂਟ ਹੈ। ਗੁਰੂ ਮੁਖ ਦੇਖ ਗਰੂ, ਗਰੂ ਗਿਰੀ, ਪਹਾੜ ਬਹੁਤ ਵੱਡਾ, ਮਤਲਬ ਗੁਰੂ ਦਾ ਮੁਖ ਦੇਖਿਆ, ਗੁਰੂ ਦੀ ਜੋਤ ਦਾ ਜਲਵਾ ਦੇਖਿਆ ਗੁਰੂ ਰਾਮਦਾਸ ਸਾਹਿਬ ਨੇ ਗੁਰੂ ਅਮਰਦਾਸ ਦੇ ਰੂਪ ਦੇ ਵਿੱਚ, ਮਹਾ ਸੁਖ ਦੀ ਪ੍ਰਾਪਤੀ ਹੋ ਗਈ। ਗਰੂ ਸੁਖ ਪਾਇਓ, ਐਡਾ ਵੱਡਾ ਸੁਖ ਕਿ ਜਿਹਨੂੰ ਮਾਪਿਆਂ ਤੇ ਤੋਲਿਆ ਨਹੀਂ ਜਾ ਸਕਦਾ। ਇਹ ਬਾਤ ਹੋਈ। ਹੁਣ ਵੱਡੇ ਨਾਲ ਇਹਦੀ ਲਖਤਾ ਆ, ਭਾਵੇਂ ਇਹਨੂੰ ਤੁਸੀਂ ਕਹਿ ਲਓ ਕਿ ਜਾਇੰਟ ਕਹਿ ਲਓ, ਤੁਸੀਂ ਉਹਨੂੰ ਵਾਸਟ ਕਹਿ ਲਓ, ਤੁਸੀਂ ਉਹਨੂੰ ਹਿਊਜ ਕਹਿ ਲਓ, ਐਨੀ ਵੇ ਯੂ ਕੈਨ ਟਰਾਂਸਲੇਟ ਇਟ। ਇੱਥੇ ਵੀ ਜਿਹੜੀ ਬਾਤ ਆ ਰਹੀ ਹੈ, ਗੁਰਮਹਿਲੀ ਕਰੇ ਆਪਣੇ। ਗੁਰਮਹਿਲੀ ਜਦੋਂ ਬਹੁਤ ਵੱਡੇ ਉਸ ਮਹਿਲ ਦੇ ਮਾਲਕ, ਮਹਿਲ ਦਾ ਮਾਲਕ ਜਿਹਦੀ ਸਾਰੀ ਕਾਇਨਾਤ ਮਹਿਲ ਹੈ,
क्योंकि ये तो है नहीं कोई रब दा घर कोई एक छोटा जिहा कोई टिकाणा तुसीं दस दिओगे। ये तो गुरु नानक साहब दे बचन, सो दर तेरा केहा सो कर केहा जित बै सर्ब संभालें। कित्थे उहदा दर दसोगे, कित्थे उहदा घर दसोगे जिथे वो सब दी संभाल कर रहा। ये बाबत गुरु बाबा जी दे असीं बचनां नूं जे गुरु ग्रंथ साहब नितनेम दी बाणी विचों कुछ लईए, साहब जिक्र करदे लिखा होए तां लिखीए, लिखै होए विनाश नानक वड्डा आखीए आपे जाने आप। उन्होंने वड्डा कहोगे तो किड्डा वड्डा कहोगे, वो आप ही जानदा किड्डा क वड्डा आ। साला ही साला एती सुरत ना पाई आ नदियां आता वाह। ਉਹਦੀ ਸਿਫਤ ਸਲਾਹ ਕਰ ਕਰਕੇ ਅਸੀਂ ਥੱਕ ਜਾਵਾਂਗੇ, ਪਰ ਉਹਨੂੰ ਬਿਆਨ ਨਹੀਂ ਕਰ ਸਕਾਂਗੇ। ਉਹਦੀ ਜਿਹੜਾ ਗੁਰਪੱਖ ਹੈ, ਜਿਹੜਾ ਵਡੇਰਾ ਪੱਖ ਹੈ ਉਹਨੂੰ ਅਸੀਂ ਪੂਰੀ ਤਰ੍ਹਾਂ ਐਕਸਪਲੇਨੇਸ਼ਨ ਵਿੱਚ ਨਹੀਂ ਲਿਆ ਸਕਾਂਗੇ। ਸੋ ਇਸ ਕਰਕੇ ਸਾਲਾ ਹੀ ਸਾਲਾ एती सुरत ना पाई आ, क्या मैटाफोर देता, क्या मिसाल प्रतीक कैसा देता गुरु साहब ने। एती सुरत ना पाई आ नदियां अतः वाह, पवें समुंद ना जानिया समुंद शाह सुल्तान। क्या बहुत सारे नदियां ते वाहड़े हुंदे ने ਜਿਹੜੇ ਸਮੁੰਦਰ ਵੱਲ ਨੂੰ ਵੱਧ ਰਹੇ ਹੁੰਦੇ ਨੇ, ਤੇ ਉਹ ਜਾ ਕੇ एती सुरत ना पाई है। ਇਹਦਾ ਮਤਲਬ ਹੈ ਸਾਡੇ ਕੋਲ ਇੰਨੀ ਸੁਰਤੀ ਨਹੀਂ ਆ ਸਕਦੀ, ਅਸੀਂ ਇੰਨੇ ਕੌਨਸ਼ੀਅਸ ਤੇ ਇੰਨੇ ਜ਼ਿਆਦਾ ਇੰਟੈਲੀਜੈਂਟ ਤੇ ਇੰਟੈਲੈਕਚੁਅਲ ਸਾਈਡ ਤੋਂ ਸਰਬੁਲੰਦ ਨਹੀਂ ਹੋ ਸਕਦੇ ਅਸੀਂ ਉਸ ਕਰਤਾਰ ਨੂੰ ਸਮੁੱਚੇ ਨੂੰ ਆਪਣੀ ਸੁਰਤ 'ਚ ਆਮਾ ਸਕੀਏ। ਸਾਡੇ ਕੋਲ ਇੰਨੀ ਸੁਰਤ ਕਿੱਥੇ ਹੈ? ਸਾਨੂੰ ਤੇ ਆਪਣੇ ਆਪੇ ਦੀ ਵੈਲਿਊ ਕਰਨ ਦਾ ਨਹੀਂ ਪਤਾ, ਸਾਨੂੰ ਤੇ ਆਲੇ ਦੁਆਲੇ ਦੀ ਵੈਲਿਊ ਕਰਨ ਦਾ ਨਹੀਂ ਪਤਾ। ਅਸੀਂ ਤੇ ਕਿਸੇ ਇੱਕ ਚੀਜ਼ ਨੂੰ ਪ੍ਰੋਪਰ ਇਵੈਲੂਏਟ ਨਹੀਂ ਕਰ ਸਕਦੇ, ਉਹਨੂੰ ਅਹਿਸਾਸ ਨਹੀਂ ਸਕਦੇ, ਉਹਦਾ ਥਾਉ ਨਹੀਂ ਪਾ ਸਕਦੇ। ਅਸੀਂ ਉਸ ਕਰਤਾਰੀ ਹਸਤੀ ਦਾ ਥਾਉ ਕਿਵੇਂ ਪਾਵਾਂਗੇ? ਜਿੱਥੇ ਜ਼ਿਕਰ ਆਇਆ ਕਿ एती सुरत ना पाईया नदियां अतः वाह, जिवें नदियां ते वाहड़े हुंदे ने पवें समुंद, वो समुंदर वाल नूं तुरे जांदे ने, समुंदर च जाके डिग जांदे ने। पवें समुंद ना जानी है, समुंदर विच पै के समुंदर दा रूप ते हो जांदे ने वो, पर ना जानी है। उन्हां नूं इह नहीं पता लगदा ये समुंदर किड्डा वड्डा आ, किड्डा बेअंत है, वो कित्थे थाउ पाउणगे। सो एग्जैक्टली ये है कि ਅਸੀਂ ਕਰਤਾਰ ਨੂੰ ਜਪਦੇ, ਉਹਦਾ ਅਹਿਸਾਸ ਕਰਦੇ, ਉਹਨੂੰ ਸੁਰਤ ਦੇ ਨਾਲ ਸਾਂਝ ਪਾਉਂਦਿਆਂ ਹੋਇਆਂ, ਇਹਦੇ ਬੀਤੇ ਕੱਲ ਬਾਤ ਹੋ ਰਹੀ ਸੀ ਬਿਲੀਵ ਸਿਸਟਮ ਦੇ ਨਾਲ ਤੁਹਾਡੀ ਉਹਦੇ ਨਾਲ ਅਟੈਚਮੈਂਟ ਬਣਦੀ ਹੈ। ਫਿਰ ਤੁਸੀਂ ਨੌਲੇਜ ਦੇ ਲੈਵਲ 'ਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਗੈਦਰ ਕਰਦੇ ਹੋ, ਫਿਰ ਉਹਨੂੰ ਡੇ ਟੂ ਡੇ ਲਾਈਫ ਦੇ ਵਿੱਚ ਐਕਸਰਸਾਈਜ਼ ਵਿੱਚ ਲੈ ਕੇ ਆਉਂਦੇ ਹੋ। ਇਹ ਸਾਰੀਆਂ ਚੀਜ਼ਾਂ ਤੁਹਾਡੇ ਅੰਦਰ ਇੱਕ ਸਟੇਟ ਆਫ ਮਾਈਂਡ ਡਿਵੈਲਪ ਕਰਦੀਆਂ ਨੇ। ਉਸ ਸਟੇਟ ਆਫ ਮਾਈਂਡ ਦੇ ਨਾਲ ਤੁਸੀਂ ਉਹਦੀ ਜਿਹੜੀ ਓਮਨੀ ਪ੍ਰੈਜ਼ੈਂਸ ਆ, ਜਿਹੜਾ ਉਹਦਾ ਹਰ ਵਕਤ ਮੌਜੂਦ ਰਹਿਣਾ, ਸਾਡੇ ਚਾਰ ਚੁਫੇਰੇ ਤੇ ਮੌਜੂਦਗੀ ਆ ਉਹਦੀ, ਉਹਨੂੰ ਤੁਸੀਂ ਅਹਿਸਾਸ ਤੇ ਮਾਣ ਸਕਦੇ ਹੋ। ਇਹ ਮਨੁੱਖ ਨੂੰ ਇੱਕ ਆਲਾ ਦਰਜੇ ਦਾ ਸੁੱਖ ਤੇ ਖੁਸ਼ੀ ਪ੍ਰੋਵਾਈਡ ਕਰਦਾ ਆ। ਗੁਰਬਾਣੀ ਇਹ ਸਾਨੂੰ ਬਿਆਨ ਕਰਦੀ ਹੈ। ਸੋ ਸਭ ਜ਼ਿਕਰ ਕਰਦੇ ਕਿ ਇਹ ਤੇ ਹੋ ਸਕਦਾ ਆ, ਬਾਕੀ ਇਹ ਨਹੀਂ ਕਿ ਨਦੀਆਂ ਅਤੈ ਵਾਹ ਪਵੇਂ ਸਮੁੰਦ ਨਾ ਜਾਣੀਆਂ। ਸਮੁੰਦ ਸ਼ਾਹ ਸੁਲਤਾਨ, ਉਹ ਸਮੁੰਦ ਤੇ ਸ਼ਾਹ ਸੁਲਤਾਨ ਆ, ਏਡਾ ਵੱਡਾ ਏਡਾ ਬੇਅੰਤ ਆ। ਸੋ ਉਹਨੂੰ ਕਿਹਾ ਗਿਆ ਕਿ ਗੁਰ ਮਹਿਲੀ ਘਰੇ ਆਪਣੇ ਸਾਡਾ ਹਿਰਦਾ ਘਰ। ਜਦੋਂ ਅਸੀਂ ਮਹਿਲਾਂ ਵਿੱਚ, ਵੱਡੇ ਮਹਿਲਾਂ ਵਿੱਚ ਰਹਿਣ ਵਾਲੇ ਨੂੰ ਆਪਣੇ ਹਿਰਦੇ ਘਰ ਦੀ ਸਤ੍ਹਾ ਦੇ ਉੱਤੇ ਅਮਾ ਲਿਆ, ਮਤਲਬ ਏਡਾ ਵੱਡਾ ਸਾਡੇ ਹਿਰਦੇ ਘਰ ਦੇ ਵਿੱਚ। ਹਾਂ ਭਾਈ, ਗੱਲ ਇਹ ਹੈ ਕਿ ਉਹ ਆਪਣੀ ਜ਼ਾਤ ਕਰਕੇ ਹਰ ਜਗ੍ਹਾ ਤੇ ਪੂਰਾ ਆ, ਘੱਟ ਤੇ ਹੈ ਹੀ ਨਹੀਂ ਗਾ ਉਹ। ਕਿਉਂਕਿ ਗੁਰਬਾਣੀ ਇਹ ਕਹਿੰਦੀ ਹੈ ਕਿ ਸਪੋਜ਼ ਤੁਸੀਂ ਕਿਸੇ ਤਰੀਕੇ ਨਾਲ ਵੀ ਦੇਖੋ, ਜਿਵੇਂ ਇਹਨੂੰ ਲਿਟਰੇਚਰ 'ਚ ਮਿਸਾਲ ਦਿੱਤੀ ਜਾਂਦੀ ਹੈ, ਸ਼ੀਸ਼ਾ ਆ, ਸ਼ੀਸ਼ੇ ਦੇ ਤੁਸੀਂ ਹਜ਼ਾਰਾਂ ਟੁਕੜੇ ਕਰਦੇ ਹੋ, ਸ਼ੀਸ਼ੇ ਦੇ ਹਰ ਟੁਕੜੇ ਦੇ ਵਿੱਚ ਪੂਰੀ ਤਸਵੀਰ ਵਿਖਾਉਣ ਦੀ ਪਾਇਆ ਹੁੰਦੀ ਹੈ। ਤੁਸੀਂ ਕਦੇ ਦੇਖਿਆ ਹੋਏਗਾ। ਐਗਜ਼ੈਕਟਲੀ ਜਿਹੜਾ ਸਾਡਾ ਹਿਰਦਾ ਆ, ਉਹ ਕਰਤਾਰ ਦੀ ਇੱਕ ਪੂਰੀ ਆਭਾ ਨੂੰ ਮਾਣ ਸਕਦਾ ਆ, ਪੂਰੇ ਉਹਦੇ ਉਸ ਰੂਪ ਨੂੰ ਅੰਦਰ ਨੁਸ਼ਿਆ ਸਕਦਾ ਆ। ਹਾਂ, ਬਿਆਨ ਨਹੀਂ, ਐਕਸਪਲੇਨ ਨਹੀਂ, ਉਦੋਂ ਉਸ ਲੈਵਲ ਤੇ ਨਹੀਂ, ਪਰ ਉਹਦੀ ਹੋਂਦ ਨੂੰ ਮਾਣ ਸਕਦਾ ਹੈ। ਗੁਰੂ ਬਾਬਾ ਜੀ ਨੇ ਬਿਆਨ ਕੀਤਾ, ਗੁਰ ਮਹਿਲੀ ਘਰੇ ਆਪਣਾ ਸੋ ਭਰਪੂਰ ਲੀਣਾ, ਜਿਹੜਾ ਪੂਰਾ ਭਰਿਆ, ਪੂਰਿਆ ਹੋਇਆ, ਪਰੁਚਿਆ ਹੋਇਆ, ਜਿਹਦੀ ਕੰਪਲੀਟਨੈਸ ਦੇ ਉੱਤੇ, ਜਿਹਦੀ ਇਫੈਕਟਿਵਨੈਸ ਦੇ ਉੱਤੇ ਕਿਸੇ ਨੂੰ ਵੀ ਕੋਈ ਕਿਸੇ ਕਿਸਮ ਦਾ ਭਰਮ ਨਹੀਂ ਹੋ ਸਕਦਾ, ਖਦਸ਼ਾ ਨਹੀਂ ਹੋ ਸਕਦਾ। ਇਸ ਤਰ੍ਹਾਂ ਕਹੀਏ ਕਿ ਧਰਮ ਦੇ ਬਾਬਤ ਜਾਂ ਧਰਮ ਦੀ ਮੇਨ ਤੁਜਾ ਰੱਬ ਦੇ ਬਾਬਤ ਸਾਨੂੰ ਕਈ ਵਾਰੀ ਬਹੁਤ ਗਲਤ ਤਰੀਕੇ ਨਾਲ ਇਨਫੋਰਮ ਕੀਤਾ ਗਿਆ।
ਹੁਣ ਇਨਫੋਰਮੇਸ਼ਨ ਇਹੀ ਕੂੜ ਹੈ, ਇਹੀ ਅਸਲ ਦੇ ਵਿੱਚ ਝੂਠ ਦੀ ਦੀਵਾਰ ਹੈ, ਜਿਹਨੂੰ ਗੁਰੂ ਸਾਹਿਬ ਜ਼ਿਕਰ ਕਰਦੇ ਨਾ ਕਿ ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ। ਸਾਡੇ ਤੇ ਉਹਦੇ ਦਰਮਿਆਨ ਕੂੜ ਦੀ ਕੰਧ ਕਿਵੇਂ ਟੁੱਟੇ? ਕੂੜ ਦੀ ਕੰਧ ਅਗਿਆਨਤਾ ਹੈ, ਅਮੂੜਤਾ ਹੈ। ਉਹ ਜਿਹੜੀ ਭਰਮ ਦੀ ਦਸ਼ਾ ਹੈ ਉਹਨੂੰ ਕਿਵੇਂ ਤੋੜਿਆ ਜਾਏ? ਵਿਚਲੀ ਦਸ਼ਾ ਜਿਹੜੀ ਹੈ, ਜਿਵੇਂ ਹੀ ਉਹ ਭਰਮ ਦੀ ਦਸ਼ਾ ਚੁੱਕੀ ਜਾਂਦੀ ਹੈ, ਆਪਾਂ ਅਕਸਰ ਵਿਚਾਰ ਕਰਦੇ, ਜਿਵੇਂ ਭਗਤ ਰਵਿਦਾਸ ਜੀ ਦੇ ਸ਼ਬਦਾਂ ਦੇ ਵਿੱਚੋਂ ਅਸੀਂ ਉਹ ਕਹਿੰਦੇ ਨਾ, ਮਾਧਵੇ ਕਿਆ ਕਹੀਏ ਭਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ। ਉਹ 'ਚੋਂ ਜ਼ਿਕਰ ਕਰਦੇ ਅਨਲ ਅਗਮ ਜੈਸੇ ਲਹਿਰ ਮੈਂ ਓਦਦ ਜਲ ਕੇਵਲ ਜਲ ਮਾਹੀ। ਅਨਲ ਅਗਮ ਜੈਸੇ ਲਹਿਰ ਮੈਂ ਓਦਦ, ਜਿਵੇਂ ਪਾਣੀ ਦਾ ਸੋਮਾ ਆ ਤੇ ਉਹਦੇ ਵਿੱਚ ਹਵਾ ਦੀ ਮਦਦ ਦੇ ਨਾਲ ਜਾਂ ਹਵਾ ਦੇ ਆਉਣ ਦੇ ਨਾਲ ਤਰੰਗਾਂ ਉੱਠਦੀਆਂ ਨੇ ਉਹਦੇ ਵਿੱਚ। ਅਨਲ ਅਗਮ ਜੈਸੇ ਲਹਿਰ ਮੈਂ ਓਦਦ, ਉਹ ਲਹਿਰਾਂ ਇਸ ਰੂਪ ਵਿੱਚ ਉਛਲ ਉਛਲ ਕੇ ਆ ਰਹੀਆਂ। ਕੋਈ ਸ਼ਖਸ ਉਹਨਾਂ ਲਹਿਰਾਂ ਨੂੰ ਦੇਖ ਕੇ ਇਹ ਭੁਲੇਖਾ ਪਾ ਲਵੇ ਕਿ ਲਹਿਰਾਂ ਹੋਰ ਨੇ ਤੇ ਪਾਣੀ ਹੋਰ ਆ। ਇਹ ਸੰਸਾਰ ਦੇ ਵਿੱਚ ਸਭ ਤੋਂ ਵੱਧ ਲੋਕੀ ਰੱਬ ਦੇ ਨਾਂ ਤੇ ਲੜੇ, ਅੱਜ ਵੀ ਲੜ ਰਹੇ ਨੇ। ਸਭ ਤੋਂ ਵੱਧ ਨਫ਼ਰਤ ਰੱਬ ਦੇ ਨਾਂ ਦੇ ਉੱਤੇ, ਰਿਲੀਜਨ, ਰਿਲੀਜੀਅਸ ਫਿਲਾਸਫੀ, ਰਿਲੀਜੀਅਸ ਆਈਡੀਓਲੋਜੀ, ਇਹਨਾਂ ਦੇ ਬੇਸ ਦੇ ਉੱਤੇ ਲੋਕਾਂ 'ਚ ਅਜੀਬ ਮੁਫਾਦੀਅਤ, ਝਗੜੇ ਜਿਹੜੀ ਹੈ ਉਹ ਝਗੜੇਦਾਰੀ ਮਿਲ ਜਾਂਦੀ ਹੈ ਤੁਹਾਨੂੰ। ਇਹਦਾ ਵੱਡਾ ਰੀਜ਼ਨ ਜਿਹੜਾ ਬਣਦਾ ਹੈ ਉਹ ਇਹੋ ਹੀ ਬਣਦਾ ਹੈ, ਸਮਝ ਨਹੀਂ ਹੈ। ਜਿਹਨੂੰ ਭਗਤ ਰਵਿਦਾਸ ਜੀ ਨੇ ਆਪਣੇ ਸ਼ਬਦਾਂ 'ਚ ਕਿਹਾ ਭਰਮ ਗਏ, ਭਟਕੇ ਹੋਏ ਲੋਕਾਂ ਦੀ ਦਸ਼ਾ। ਅਦਰਵਾਈਜ਼ ਉਹ ਤੇ ਜਦੋਂ ਜਿਵੇਂ ਸਮਝ ਆਈ, ਨੌਲੇਜ ਆਈ, ਉਹ ਭਰਿਆ ਭੁਰਿਆ ਦਿਸਿਆ, ਖਾਲੀ ਕੋਈ ਦਿਸਿਆ ਹੀ ਨਹੀਂਗਾ। ਕਿਸ ਨੂੰ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਨਾ, ਮੰਦਾ ਕਿਸ ਨੂੰ ਆਖੀਐ, ਕਿਹਨੂੰ ਮਾੜਾ ਕਵਾਂ, ਕਿਹਨੂੰ ਭੈੜਾ ਕਵਾਂ, ਕਿਹਨੂੰ ਕੋਝਾ ਕਵਾਂ, ਸਭ ਉਹਦਾ ਹੀ ਤੇ ਰੂਪ ਆ। ਹਾਂ, ਜਿੱਥੇ ਕਿਤੇ ਧਰਮ ਦੀ ਜਿਹੜੀ ਸਹੀ ਰੂਪ ਦੇ ਵਿੱਚ ਬੰਤਰ ਆਇਆ, ਧਰਮ ਦਾ ਜਿਹੜਾ ਡਿਸਿਪਲਿਨ ਉਹ ਟੁੱਟਦਾ ਆ। ਜੇ ਮੈਨੂੰ ਸਮਝ ਆ ਤਾਂ ਮੈਂ ਉਹਨੂੰ ਸਥਾਪਿਤ ਕਰਨ ਵਾਸਤੇ ਧਰਮ ਨੂੰ ਹੀ ਫੋਲੋ ਕਰਾਂ। ਤੇ ਧਰਮ ਇਹ ਕਹਿੰਦਾ ਆ ਨਿਸਵਾਰਥ ਹੋ ਕੇ, ਸਵਾਰਥੀ ਹੋ ਕੇ ਨਹੀਂ, ਨਿਸ਼ਕਾਮ ਹੋ ਕੇ, ਕਾਮਨਾ ਰਹਿਤ ਹੋ ਕੇ। ਮੈਂ ਕਿਸੇ ਨੂੰ ਸਪੋਜ਼ ਕਰੋ ਕਿਸੇ ਦੀ ਕਮੀ ਨੂੰ ਵੀ ਉਜਾਗਰ ਕਰਦਾ ਆ, ਕਿਸੇ ਨੂੰ ਸ਼ੀਸ਼ਾ ਵਿਖਾਉਣਾ ਕਿ ਆ ਤੂੰ ਗਲਤ ਕਰ ਰਿਹਾ ਆ, ਕੱਲਾ ਇਤਨਾ ਇਨਫ ਨਹੀਂ ਹੈਗਾ। ਇਹਦੇ ਤੋਂ ਵੱਡੀ ਚੀਜ਼ ਇਹ ਹੈ ਮੇਰੇ ਪਿੱਛੇ ਭਾਵਨਾ ਕੀ ਹੈ। ਜੇ ਭਾਵਨਾ ਉਹਦਾ ਭਲਾ ਆ, ਉਹਦਾ ਕਲਿਆਣ ਆ, ਆਪਣਾ ਕਲਿਆਣ ਆ, ਫਿਰ ਤੇ ਬੜੀ ਵਧੀਆ ਗੱਲ ਆ। ਜੇ ਭਾਵਨਾ ਉਹਨੂੰ ਨੀਵਾਂ ਵਿਖਾਉਣ ਦੀ ਹੈ, ਉਹਨੂੰ ਭੰਡਣ ਦੀ ਹੈ, ਉਸ ਨੂੰ ਛੋਟਾ ਕਰਨ ਦੀ ਹੈ, ਉਸ ਨੂੰ ਕਿਸੇ ਤਰੀਕੇ ਦੇ ਨਾਲ ਵੀ ਉਸ ਨੂੰ ਐਕਸਪਲੋਇਟ ਕਰਨ ਦੀ ਹੈ, ਭਾਈ ਭਾਵਨਾ ਠੀਕ ਨਹੀਂ ਗੀ। ਇਹ ਧਰਮ ਆ। ਗੁਰੂ ਬਾਬਾ ਜੀ ਕਹਿੰਦੇ ਇਹਦੇ ਲਈ ਤੂੰ ਸਚਿਆਰ ਹੋਣਾ ਹੈ, ਤੂੰ ਆਪਣੇ ਆਪ ਨਾਲ ਓਨੈਸਟ ਹੋਣਾ, ਕਿਸੇ ਨਾਲ ਨਹੀਂ, ਆਪਣੇ ਆਪ ਦੇ ਉੱਤੇ ਤੂੰ ਕੰਮ ਕਰਨਾ ਆ। ਇਹ ਨੌਲੇਜ ਦੇ ਲੈਵਲ ਤੇ ਅਟੇਨ ਕਰਨਾ ਹੁੰਦਾ, ਅਸੀਂ ਬਲੀਵ ਦੇ ਲੈਵਲ ਤੇ ਇਹਨੂੰ ਅਸੀਂ ਲਗਾਤਾਰ ਆਪਣੇ ਅੰਦਰ ਪਲਾਂਟਿੰਗ ਕਰਨੀ ਹੁੰਦੀ ਹੈ, ਸੋਇੰਗ ਕਰਨੀ ਹੁੰਦੀ ਹੈ, ਇਹਦੀ ਬੀਜਣਾ ਹੁੰਦਾ ਇਸ ਨੂੰ। ਤੇ ਜਿਹੜਾ ਜੀਵਨ ਦਾ ਸੰਗਤ ਦਾ ਕਨਸੈਪਟ ਆ, ਜਿੱਥੇ ਅਸੀਂ ਆਲੇ ਦੁਆਲੇ ਇਹੋ ਜਿਹੀ ਸੰਗਤ ਕਰਦੇ ਹਾਂ, ਉਹਦੇ ਸਦਕਾ ਇਹਨੂੰ ਪਾਲਣਾ ਤੇ ਇਸ ਦੀ ਅਸੀਂ ਕੇਅਰ ਕਰਨੀ ਹੁੰਦੀ ਹੈ। ਜੇ ਇਹਨਾਂ 'ਚੋਂ ਕੋਈ ਇੱਕ ਪਾਰਟ ਮਿਸ ਹੋ ਜਾਏ, ਅਕਸਰ ਹੁੰਦੀ ਹੈ ਬਾਤ, ਮੈਂ ਬੀਤੀ ਅੱਜ ਸਵੇਰ ਦੀ ਬਾਤ ਜਾਂ ਕੱਲ ਸ਼ਾਮ ਦੀ ਬਾਤ ਹੋ ਰਹੀ ਸੀ, some people have a lots of knowledge, but when we try to pay attention toward their lifestyle, toward their choices, then we totally actually get confused. If this person have this knowledge, why isn't he or she following it? ਕਿਉਂ ਨਹੀਂ ਉਹਨੂੰ ਫੋਲੋ ਕਰ ਪਾ ਰਿਹਾ? ਭਾਈ ਇਹ ਨੌਲੇਜ ਨਹੀਂ ਹੈਗੀ, ਇਹ ਇਨਫੋਰਮੇਸ਼ਨ ਹੈ। ਇਨਫੋਰਮੇਸ਼ਨ ਤੋਂ ਨੌਲੇਜ ਦਾ ਸਫ਼ਰ ਜਿਹੜਾ ਆ ਉਹ ਅੰਡਰਸਟੈਂਡਿੰਗ ਨਾਲ ਆਉਂਦਾ ਆ, ਉਹਦੇ ਅੰਤਰੀਵ ਰੂਪ ਦੇ ਵਿੱਚ ਸੋਝੀ ਨਾਲ ਆਉਂਦਾ। ਉਹ ਬੰਦਾ ਉਹਦੇ ਨਾਲ ਆਪਣੇ ਆਪ ਨੂੰ ਰਿਲੇਟ ਕਿੰਨਾ ਕਰਦਾ, ਖੜਦਾ ਕਿੰਨਾ ਉਹਦੇ ਨਾਲ ਆ ਕੇ। ਜੇ ਚੀਜ਼ਾਂ ਪੜ੍ਹੀਆਂ ਹੋਈਆਂ, ਜੇ ਚੀਜ਼ਾਂ ਸੁਣੀਆਂ ਹੋਈਆਂ, ਜੇ ਚੀਜ਼ਾਂ ਬੋਲੀਆਂ ਹੋਈਆਂ, ਉਹਦੇ ਅਮਲ ਦੇ ਨਾਲ ਨਾਲ ਨਹੀਂ ਖੜਨਗੀਆਂ, ਨਹੀਂ ਚੱਲਣਗੀਆਂ, ਉਹ ਬੈਨੀਫਿਸ਼ੀਅਲ ਉਸ ਲੈਵਲ 'ਤੇ ਨਹੀਂ ਹੋਏਗਾ, ਉਹਦੇ ਵਿੱਚੋਂ ਉਹਨੂੰ ਬੈਨੀਫਿਟ ਨਹੀਂ ਮਿਲੇਗਾ। ਇਹਨੂੰ ਗੁਰੂ ਬਾਬਾ ਜੀ ਨੇ ਕਿਹਾ ਸੀ ਪੜ੍ਹ ਗੱਡੀ ਲੱਦੀ ਹੈ। ਪੜ੍ਹ ਕੇ ਤੇ ਫਾਇਦਾ ਮਿਲਦਾ ਆ, ਪਰ ਬੰਦੇ ਨੂੰ ਬੈਨੀਫਿਟ ਨਹੀਂ ਮਿਲ ਪਾ ਰਿਹਾ। ਰੀਜ਼ਨ ਕਿਉਂਕਿ ਉਹ ਅੰਡਰਸਟੈਂਡ ਨਹੀਂ ਕਰ ਰਿਹਾ, ਉਸ ਨੂੰ ਉਹ ਜਜ਼ਬ ਨਹੀਂ ਕਰ ਰਿਹਾ। ਉਸ ਨੂੰ ਜਿਵੇਂ ਸਪੋਜ਼ ਕਰੋ ਸਾਡੀ ਬਾਡੀ ਹੀ ਹੈ, ਹੁਣ ਕਿਸੇ ਦੀ ਬਾਡੀ ਹੈ,
ਉਹਦੇ 'ਚ ਕੋਈ ਡਿਫੀਸ਼ੈਂਸੀ ਚੱਲ ਰਹੀ ਹੈ, ਆਇਰਨ ਦੀ ਹੈ, B12 ਦੀ ਹੈ, ਮੈਗਨੀਸ਼ੀਅਮ ਦੀ ਹੈ, ਕੈਲਸ਼ੀਅਮ, ਐਨੀ ਕਾइंड ऑफ। ਤੁਸੀਂ ਕੋਈ ਇਨ ਰਿਚ ਫੂਡ ਜਿਹੜਾ ਆ ਜਿਹਦੇ 'ਚ ਬਹੁਤ ਸਾਰੇ ਵਿਟਾਮਿਨਸ ਨੇ, ਬਹੁਤ ਸਾਰੇ ਉਹ ਸਾਰੇ ਦੇ ਸਾਰੇ ਮਿਨਰਲਸ ਨੇ, ਉਹ ਲਿਆ ਕੇ ਦੇ ਦਿੰਦੇ ਹੋ, ਉਹਨੂੰ ਖਵਾਉਂਦੇ ਹੋ, ਸੋਚਦੇ ਹੋ ਲੈ ਇਹਦਾ ਤੇ ਇਹਦੀ ਤੇ ਡਿਫੀਸ਼ੈਂਸੀ ਦੂਰ ਹੋ ਗਈ। ਬਾਅਦ 'ਚ ਪਤਾ ਲੱਗਦਾ ਭਾਈ ਡਿਫੀਸ਼ੈਂਸੀ ਦੂਰ ਨਹੀਂ ਹੋ ਸਕਦੀ, ਕਿਉਂਕਿ ਜਿਹੜਾ ਮੈਟਾਬੋਲਿਜ਼ਮ ਦਾ ਸਾਰਾ ਇਹਦਾ ਸਿਸਟਮ ਆ, ਉਹ ਇਸ ਫੂਡ ਦੇ ਵਿੱਚੋਂ ਜਿਹੜਾ ਉਹ ਤੱਤ ਆ ਉਹ ਲੈ ਹੀ ਨਹੀਂ ਸਕਦਾ। ਇੱਥੇ ਫਿਰ ਮੈਡੀਕਲ ਇੰਟਰਵੈਂਸ਼ਨ ਹੁੰਦੀ ਹੈ, ਇੱਥੇ ਫਿਰ IV ਦੇ ਰਾਹੀਂ ਦਿੱਤੀ ਜਾਂਦੀ ਹੈ, ਇੱਥੇ ਕੋਈ ਹੋਰ ਚੀਜ਼ਾਂ ਦੀ ਇੰਟਰਵੈਂਸ਼ਨ ਵਿੱਚ ਹੋਰ ਕੀਤੀ ਜਾਂਦੀ ਹੈ। ਮੈਂ ਇਸੇ ਕਰਕੇ ਬੇਨਤੀ ਕੀਤੀ, ਇੱਕ ਕੰਪਲੀਟ ਪੈਕੇਜ ਆ। ਇੱਕ ਸਪਿਰਿਚੁਅਲਿਟੀ ਜਿਹੜੀ ਹੈ ਨਾ, ਜਿਹੜੀ ਗੁਰੂ ਸਿੱਖੀ ਦੀ ਸਪਿਰਿਚੁਅਲਿਟੀ ਗੁਰੂ ਸਾਹਿਬ ਨੇ ਸਾਨੂੰ ਦਿੱਤੀ, ਕਿਆ ਆਲਾ ਗਿਫਟ ਦਿੱਤਾ। ਸ਼ਬਦ ਗੁਰੂ ਹੈ, ਫਿਰ ਇਹਦੇ ਨਾਲ ਇਕੱਲਾ ਸ਼ਬਦ ਗੁਰੂ ਦਾ ਕਨਸੈਪਟ ਨਹੀਂ, ਸੇਵਾ ਦਾ ਸੰਕਲਪ ਆ, ਮਨੁੱਖਤਾ ਦੇ ਨਾਲ ਜੁੜਨ ਦੀ ਬਾਤ ਹੈ, ਤੇ ਸਭ ਤੋਂ ਵੱਡਾ ਜਿਹੜਾ ਕੰਪੋਨੈਂਟ ਹੈ ਸੰਗਤ। ਸਾਰੀਆਂ ਚੀਜ਼ਾਂ ਰਲਾ ਕੇ ਫਿਰ ਜਾ ਕੇ ਉਹ ਚੀਜ਼, ਇਸੇ ਲਈ ਸਿੱਖਾਂ ਦੇ ਵਿੱਚ ਅਜੇ ਵੀ ਤੁਸੀਂ ਦੇਖੋਗੇ ਕਮੀਆਂ ਖਾਮੀਆਂ ਬਹੁਤ ਹੋਣਗੀਆਂ, ਹੈਗੀਆਂ ਨੇ, ਪਰ ਬੀਇੰਗ ਏ ਸਿੱਖ ਕਮਿਊਨਿਟੀ, ਤੁਹਾਡੀ ਜਿਹੜੀ ਗਲੋਰੀ ਹੈ ਉਹ ਅਜੇ ਵੀ ਇਹ ਨਹੀਂ ਹੈ ਕਿ ਉਹਦੇ ਚਮਕ ਨਹੀਂ ਹੈ, ਉਹਦੇ 'ਚ ਬੜੀ ਚਮਕ ਹੈ। ਉਹਦੇ 'ਚ ਜਿਹੜੀ ਇਤਨੀ ਚਮਕ ਹੈ ਕਿ ਅੱਜ ਵੀ ਲੋਕੀ ਜੇ ਥੋੜ੍ਹਾ ਜਿਹਾ ਨੇੜੇ ਆਉਂਦੇ ਨੇ, ਦੈਨ ਪੀਪਲ ਕੈਨ ਈਜ਼ੀਲੀ ਐਕਚੁਅਲੀ ਗੈਟ ਇਟ, they can easily actually enjoy that shining, they can see there is some kind of spark। ਇਹ ਜਿਹੜਾ ਰੂਪ ਆ, ਇਹ ਗੁਰੂ ਬਾਬਾ ਜੀ ਨੇ ਇਸ ਪ੍ਰੋਪਰ ਸਪਿਰਿਚੁਅਲ এনवायरमेंट ਕਰਕੇ ਬਿਲਡ ਕੀਤਾ ਸੀਗਾ। ਖੈਰ, ਜਿਹੜੀ ਮੈਂ ਬੇਨਤੀ ਕਰ ਰਿਹਾ ਸੀਗਾ ਕਿ ਉਹ ਜਿਹੜਾ ਕਰਤਾਰ ਆ ਉਹ ਭਰਪੂਰ ਆ, ਉਹ ਜ਼ਰਰੇ ਜ਼ਰਰੇ 'ਚ ਮੌਜੂਦ ਆ, ਪਰ ਇਸ ਸਾਰੇ ਦੇ ਨਾਲ ਐਕਸਰਸਾਈਜ਼ ਦੇ ਲੈਵਲ ਤੇ ਹੌਲੀ ਹੌਲੀ ਕਰਕੇ ਅਸੀਂ ਜੁੜਾਂਗੇ ਉਹਦੇ ਨਾਲ। ਇਹ ਜਿਹੜੀ ਚੀਜ਼ ਤਾਂ ਹੋਏਗਾ ਜੇ ਹਿਰਦੇ ਦੇ ਵਿੱਚ ਉਹਦਾ ਵੱਡਾ ਭੈ, ਵੱਡੀ ਨਿਰਮਲ ਉਹਦੀ ਆਭਾ ਮੰਡਤ ਹੋਏਗੀ। ਬੰਦਾ ਜਿਵੇਂ ਇਹਨੂੰ ਸਿੰਪਲ ਕਹਿ ਦੇਣਾ, ਹੋਰ ਸਵਾਰਥ ਤੇ ਦੁਨੀਆ ਚੱਲਦੀ ਹੈ ਸਾਰੀ। ਹੁਣ ਸਵਾਰਥੀ ਹੋ ਕੇ ਬੰਦੇ ਨੇ ਕੋਈ ਪੜ੍ਹਾਈ ਕੀਤੀ ਤੇ ਪੜ੍ਹਾਈ ਕਰਕੇ ਕਿਆ I'm gonna actually do any kind of job or business, I'm gonna earn a lot of money from that। ਠੀਕ ਹੈ ਜੀ, ਕਰਨ ਲੱਗ ਗਿਆ। ਥੋੜ੍ਹੇ ਦਿਨਾਂ ਬਾਅਦ ਉਹਦੇ 'ਚ ਪਤਾ ਲੱਗਾ, ਇਨਵੋਲਵ ਹੋਇਆ, ਚਲੋ ਮਨੀ ਤੇ ਹੈ ਜੋ ਹੈ, ਪਰ ਇਹਦੇ ਨਾਲ ਲੋਕ ਜੁੜੇ ਨੇ, ਲੋਕਾਂ ਦਾ ਦੁੱਖ ਦਰਦ ਆਉਂਦਾ ਆ, ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ ਨੇ, ਤੇ ਬੰਦਾ ਜੇ ਆਪਣੇ ਆਪ ਨੂੰ ਸਿਰਫ ਮਨੀ ਮਾਈਂਡਡ ਹੋ ਕੇ ਚੱਲੇਗਾ, ਲੰਬਾ ਸਮਾਂ ਨਹੀਂ ਚੱਲ ਸਕੇਗਾ, ਬਿਮਾਰ ਹੋ ਜਾਏਗਾ। ਇਹੋ ਜਿਹੀ ਬਿਮਾਰ ਸਾਈਕੀ ਤੁਹਾਨੂੰ ਰੋਜ਼ ਮਿਲਦੀ ਹੈ। ਲੋਕੀ ਪ੍ਰੋਫੈਸ਼ਨਲ ਵਰਲਡ ਦੇ ਵਿੱਚ ਮੈਂ ਦੇਖਦਾ ਵਾਂ, ਉਹ ਕਹਿੰਦੇ ਨੇ ਬਰਨ ਆਊਟ ਹੋ ਗਏ। ਕਿਉਂ ਹੋ ਗਏ ਭਾਈ? ਕੀ ਗੱਲ, ਇਹ ਤੁਹਾਨੂੰ ਪ੍ਰੋਫੈਸ਼ਨ ਫਿੱਟ ਨਹੀਂ ਸੀਗਾ? ਇਹਨੂੰ ਤੁਸੀਂ ਨਹੀਂ, ਇਹ ਤਾਂ ਸਾਡਾ ਆਈਡੀਅਲ ਸੀਗਾ, ਇਹ ਤਾਂ ਸਾਡੀ ਇੱਕ ਬੜੀ ਵੱਡੀ ਡਰੀਮ ਸੀਗਾ, ਡਰੀਮ ਕਮਸ ਟਰੂ ਹੋਇਆ ਤੇ ਇੱਕ ਤਰ੍ਹਾਂ ਦੇ। ਫਿਰ ਹੁਣ ਕੀ ਹੋਇਆ ਇਹ ਕਿ ਇਹਨੂੰ ਸੇਵਾ ਦੇ ਤੌਰ 'ਤੇ ਨਹੀਂ ਲੈ ਸਕੇ। ਤੇ ਸੇਵਾ ਦਾ ਮਾਇਨਾ ਇੱਥੇ ਇਹ ਨਹੀਂ ਕਿ ਤੁਸੀਂ ਆਪਣੀ ਅਰਨਿੰਗ ਨਹੀਂ ਕਰਨੀ, ਉਹ ਤੇ ਹੋ ਰਹੀ ਸਭ ਕੁਝ, ਉਹ ਤੇ ਹੋਏਗੀ, ਇਟ ਵਿਲ ਹੈਪਨ, ਬਟ ਵਾਟਸ ਐਕਚੁਅਲੀ ਮਿਸਿੰਗ ਓਵਰ ਹੇਅਰ, ਕਿ ਜਿਹੜਾ ਉਹ ਪਾਰਟ ਆ, ਜਿਹੜੀ ਉਹਦੇ ਨਾਲ ਸਾਂਝ ਬਣਾਉਣ ਵਾਲੀ ਗੱਲ ਸੀਗੀ ਕਿ ਜੇ ਪਰਿਵਾਰ ਹੀ ਪਾਲਣਾ ਆ, ਪਰਿਵਾਰ ਦੇ 'ਚ ਬੰਦਾ ਰੱਬ ਦੀ ਦਾਤ ਸਮਝ ਕੇ ਪਾਲੇ, ਉਸ ਨੂੰ ਦਾਤੇ ਦੀ ਦਾਤ ਸਮਝ ਕੇ। ਮੈਂ ਤੁਹਾਨੂੰ ਇੱਕ ਮਿਸਾਲ ਦਿੰਦਾ ਛੋਟੀ ਜਿਹੀ, ਕਾਫੀ ਸਾਲ ਪਹਿਲਾਂ ਦੀ ਗੱਲ ਆ, ਕਿਉਂਕਿ ਜਿਹੜਾ ਬਚਨ ਹੈ ਨਾ ਤੇ ਗੁਰ ਮਹਿਲ ਨਹੀਂ ਕਰੇ ਆਪਣੇ ਸੋ ਭਰਪੂਰ ਲੀਣਾ, ਅੱਗੇ ਆਏਗਾ ਸੇਵਕ ਸੇਵਾ ਤਾਂ ਕਰੇ ਸੱਚ ਸ਼ਬਦ ਪਤੀਣਾ। ਇਤਨੀ ਕਮਾਲ ਦੀ ਵੋਕੈਬਲਰੀ ਪਾਈ ਗੁਰੂ ਨਾਨਕ ਸਾਹਿਬ ਨੇ ਕਿ ਜੇ ਸਮਝ ਆ ਜਾਏ ਤੇ ਬੰਦੇ ਦੀ ਸੁਰਤ ਅਲਾਇਨ ਹੋ ਜਾਏਗੀ ਉਹਦੇ ਨਾਲ। ਖੈਰ, ਸਟੇਟਸ ਦੀ ਗੱਲ ਹੈ, ਕਾਫੀ ਬਹੁਤ ਸਾਲ ਪਹਿਲਾਂ ਦੀ ਗੱਲ ਹੈ, ਤੇ ਉੱਥੇ ਮੈਂ ਉਹਨਾਂ ਦਿਨਾਂ 'ਚ ਕੁਛ 4-5 ਹਫ਼ਤੇ ਲਈ ਕਥਾ ਕਰ ਰਿਹਾ ਸੀਗਾ, ਤੇ ਇੱਕ ਬੀਬੀ ਜੀ ਆਉਂਦੇ, ਅਰਾਊਂਡ 40s ਵਿੱਚ ਹੋਣਗੇ, ਤੇ ਉਹ ਆਉਂਦੇ ਤੇ ਬੜਾ ਹੱਸੂ ਕਰਦਾ ਚਿਹਰਾ, ਕਾਈਂਡ ਆਫ ਉਹਨਾਂ ਦੀ ਪੂਰਾ ਜਿਵੇਂ ਮਤਲਬ ਬੰਦਾ ਬੜਾ ਖੁਸ਼ੀ ਨਾਲ ਭਰਿਆ ਹੋਇਆ ਆਉਣਾ, ਸਾਰਿਆਂ ਨੂੰ ਆ ਕੇ ਫਤਿਹ ਬੁਲਾਉਣੀ। ਮੈਂ ਉਹਨਾਂ ਦਿਨਾਂ 'ਚ ਕਥਾ ਕਰ ਰਿਹਾ ਸੀਗਾ, ਤੇ ਉਹਨਾਂ ਨੇ ਆਉਣਾ ਹਫ਼ਤੇ 'ਚ 1 ਜਾਂ 2 ਦਿਨ ਬੜੀ ਮੁਸ਼ਕਿਲ ਦੇ ਨਾਲ, ਤੇ ਆ ਕੇ ਫਤਿਹ ਬੁਲਾਉਣੀ, ਕਥਾ ਸੁਣਨੀ, ਬਕਾਇਦਾ ਤੌਰ 'ਤੇ ਕੁਝ ਨਾ ਕੁਝ ਕੰਪਲੀਮੈਂਟ ਕਰਨਾ, ਕੁਝ ਇਹੋ ਜਿਹੀ ਬਾਤ ਕਰਨੀ ਇਸ ਤਰੀਕੇ ਦੇ ਨਾਲ। ਖੈਰ, ਇੱਕ ਦਿਨ ਆਏ, ਉਹ ਬੜੇ ਪਿਆਰ ਨਾਲ ਬੋਲੇ,
उस तरीके नाल अपना कॉमेंट किया, कॉम्पलीमेंट्स दिते। तो जान लगे एक सज्जन होर सीगे कोल बैठे, कहते तुसीं जानदे हो इन्हां नूं? मैं क्या जी नहीं, मैं तो एक तो पहली बार आया इत्थे, दूसरे नंबर पर मैं थोड़ा रिजर्व रहिंदा वां, ते अगे वध के फतेह बुला दिंदे ने। मैं जवाब दे दिता, अदरवाइज आई हैव नो एक्चुअली एनी अदर नॉलेज अबाउट एनी वन, और स्पैशली इन्हां बारे। वो कहिंदे फिर ना तुहानूं मैं किसी दिन विजिट करावांगा इन्हां दे घरे। मैं कहा जी मेरी कोई इंटेंशन, कहते नहीं नहीं इंटेंशन करके नहीं है, बात है कि तुसीं देखियो। खैर लॉन्ग स्टोरी शॉर्ट मैं बयान करा कि मैनू सज्जन लै गए कुछ दिनों बाद, बकायदा तौर पर मैनू नहीं सी पता, उन्होंने गलबात भी की उन्होंने नाल सारा कुछ। जो गए तो मैनू पता लगा कि वो सिंगल मॉम ने, तो जिहड़ा उन्होंने कोल बच्चा आ वो फिजिकली तो मैंटली चैलेंजड आ। मतलब तुसी घर के बाहर तक भी, दरवाजे के अंदर पैर रखद्या तक भी तुहानूं अंदाज़ा नहीं हो सकता भी इस घर दे विच किस किस्म का चैलेंज वो बीबी डील कर रही है। जो अंदर मैं कुछ पल अंदर बिताए तो उस तो बाद पता लगा कि बड़ा हार्ड आ इस बच्चे की टेक केयर करनी, संभाल करनी, सारा उस रूप में करना। खैर सब चीज़ां देखियां, उस तो इस सारे के बावजूद भी सेम काइंड ऑफ स्माइल, हसूं हसूं करदा चेहरा, हेल्दी शख्स, हर चीज़ रूप दे उन्होंने उत्थे खाना वगैरह बनाया सीगा, खाना वगैरह दिता, सब चीज़ां होईयां। ते खैर बहुती ज़्यादा मेरे को गलबात है नहीं सीगी, पर फिर भी थोड़ी बहुती गलबात तो करनी सीगी। तो गलबात करने के दौरान मैं कुछ हैसीटेट कर रहा सीगा, तो एहसास गए तो कहिंदे कि आई वॉज लिटिल बिट यंग दैट टाइम। जी वाज सेइंग बेटा की गल ये है कि तुसी शायद थोड़ा हैजीटेट कर रहे हो गल पुछण नूं, मैं तुहानूं दस देनी है। गल ये है कि तुसी शायद ये पुछना चाह रहे होगे कि इन्नी खुशी नाल इन्ने चाह नाल तुसी ये सब चीज़ां सेवावां कर रहे हो। मैं क्या हाँ, मैं ही तुहानूं पुछना सीगा भी ये कहंदी गल ये है, कहंदे कि गुरु साहब की बाणी पढ़दियां ये चीज़ समझ आ गई। अपने आप नूं मैं एक चीज़ दसी, मैं दसिया कि मेरा पार्टनर मैनू छड्ड गया, वो कहंदा सीगा कि असीं इहनूं नहीं रखना, वी हैव टू एक्चुअली जिहड़ा चाइल्ड केयर नूं इनवॉल्व करना है, होर इहो जिहियां बातां होईयां। मैं कहा नहीं, वी विल टेक केयर। वो कहंदे नो, आई हैव टू एक्चुअली टेक केयर ऑफ हिम, दिस इज़ ये साडी रिस्पोंसिबिलिटी है। आखिर गल ये होई, कहंदे कि मैं सोचा कि रब जी ने ना ये जिहड़ा जीवन है, जन्म आ, ये मैनू इसे करके दिता सीगा ताकि मैं इसकी सेवा कर सका। सो मैं इस जीवन नूं, इस बच्चे नूं समर्पित किया, तो मैनू इंज लगता है कि ये सेवा दे विचों मैनू करतार दे इस जीवन का जिहड़ा मैं जी रही हाँ, यदा मैनू असल फल प्राप्त हो रहा है। मैनू अपने आप दे पेशेंस, अपने आप विच निष्कामता, अपने आप दे विच निस्वार्थ भाव, ते टॉप ऑफ दैट हंकार, हर चीज़ जिहड़ी बिल्कुल अंदरों इसे उस करतार दे तरस करके खत्म हो रही है। हुण इहनूं समझो, जदों बंदा धरती ते हर कारज नूं इस तरीके नाल लैना शुरू करेगा, ये बड़ी सुपीरियर मैं स्टेट ऑफ माइंड आ। जिंदगी का किहड़ा रस साडे तो दूर हो जाएगा। सोचण दा तरीका ही है तुहाडा, ढंग आ, उस ढंग विचों स्ट्रैस पैदा हुंदा है, उस ढंग दे विचों गुस्सा पैदा हुंदा है, उहदे विचों फ्रस्ट्रेशन जनरेट हुंदी है। हर चीज़ जे उसनूं प्रोसैस कर लिया जाए। इत्थे महाराज ने बयान किया, जदों रब दा अकाल पुरख वाहिगुरू दा एहसास जिहड़ा बहुत उच्चा ते बड़ा वड्डा है, जिन्होंने बयान किया, गुर महली घरे अपने सो भरपूर लीना, जदों वो आ गया भरिया पुरिया गया। क्योंकि वो आने तो बाद यह शब्द शुरू होया सीगा जिथे असीं बचन पढ़ रहे थे दूसरे पदे दे विच, जिस सर जिक्र करते हैं, आए गया की ना आयो क्यों आवे जाता। जदों आप ही आ गया हो, पिछे की रह गया। जदों अकाल पुरख वाहिगुरू तुहाडी सुरत तुहानूं उहदा भाव आ गया, तुसीं उहदे नाल हर वक्त सुरत करके ख्यालां करके सांझ बनानी शुरू कर दी, पिछे तो कुछ भी ना रह गया। रब गुणां दा गुत्थल है, सब गुण आ गए, बरकत दा मुजस्सम है, वो आ गया।
ਤੁਹਾਡੇ ਅੰਦਰ ਜੀਵਨ ਜੀਣ ਦੀ ਹਰ ਚਾਹ, ਹਰ ਖੁਸ਼ੀ, ਹਰ ਮਲਹਾਰ ਪਰਛਾਵਾਂ ਬਣ ਕੇ ਤੁਰ ਪਿਆ, ਉਹਦੇ ਨਾਲ ਤੇ ਹੈ। ਇਹਨੂੰ ਗੁਰੂ ਸਾਹਿਬ ਨੇ ਕਿਹਾ ਗੁਰ ਮਹਿਲ ਨਹੀਂ ਕਰੇ ਆਪਣੇ ਸੋ ਭਰਪੂਰ ਲੀਣਾ। ਫਿਰ ਕਿਹਾ ਸੇਵਕ ਸੇਵਾ ਤਾਂ ਕਰੇ ਸੱਚ ਸ਼ਬਦ ਪਤੀਣਾ। ਅਸਲ ਸੇਵਾ ਵੀ ਉਹੀ ਕਰ ਸਕਦਾ ਆ। ਜਿਵੇਂ ਅੱਜ ਤੁਸੀਂ ਦੇਖੋਗੇ, ਮੈਂ ਇਹਨੂੰ ਸਰਲ ਭਾਵ ਵਿੱਚ ਹੋਰ ਬਿਆਨ ਕਰਾਂ, ਕਿਉਂਕਿ ਜੇ ਅਸੀਂ ਅੱਜ ਦੀ ਸਿਚੁਏਸ਼ਨ ਨੂੰ ਦੇਖੀਏ, ਬੀਇੰਗ ਏ ਸਿੱਖ, ਬੀਇੰਗ ਏ ਪੰਜਾਬੀ, ਬੀਇੰਗ ਏ ਸਿਟੀਜ਼ਨ ਆਫ ਸਾਊਥ ਏਸ਼ੀਅਨ ਏਰੀਆ, ਕਿਉਂਕਿ ਉੱਥੋਂ ਅਸੀਂ ਆਏ ਹਾਂ, ਬੋਰਨ ਬ੍ਰੌਟ ਅਪ ਉੱਥੇ ਆਏ, ਅੱਜ ਇੱਕ ਕੈਨੇਡੀਅਨ ਸੋਇਲ 'ਤੇ ਰਹਿ ਰਹੇ ਹਾਂ, ਪਰ ਐਕਚੁਅਲੀ ਰੂਟਸ ਉੱਥੋਂ ਆ ਰਹੇ ਸਭ। ਉੱਥੇ ਤੁਸੀਂ ਦੇਖੋਗੇ ਕਿ ਕੋਈ ਹਾਲਾਤ ਅੱਜ ਤੇ ਨਹੀਂ, ਹਾਲਾਤ ਤੇ ਪਿੱਛੋਂ ਹੀ ਵਿਗੜੇ ਆ ਰਹੇ ਨੇ ਉਸ ਰੂਪ ਦੇ ਵਿੱਚ, ਪਰ ਇੱਕ ਬੜੀ ਵੱਡੀ ਸਟਰਗਲ ਚੱਲ ਰਹੀ ਹੈ ਰੀਸੈਂਟਲੀ, ਫਾਰਮਰ ਸਟਰਗਲ ਦੇ ਬਾਅਦ ਵਿੱਚ ਰੂਪ ਵਿੱਚ ਤੁਸੀਂ ਦੇਖ ਰਹੇ ਹੋ ਸਭ ਚੀਜ਼ਾਂ ਦੇ ਵਿੱਚ। ਜੇ ਦੇਖਿਆ ਜਾਏ ਤੇ ਬ੍ਰਿਟਿਸ਼ ਕਲੋਨੀਅਲ ਪੀਰੀਅਡ ਦੇ ਵਿੱਚ ਨੋ ਡਾਊਟ ਬ੍ਰਿਟਿਸ਼ ਦੇ ਆਪਣੇ ਇੰਟਰਸਟ ਸੀਗੇ, ਕਿਉਂਕਿ ਉਹਨਾਂ ਦੀ ਜਿਹੜੀ ਪੋਲੀਟੀਕਲ ਜਾਂ ਇਕਨੋਮਿਕਲ ਪਾਲਿਸੀ ਸੀਗੀਆਂ, ਉਹ ਦੇ ਵਰ ਕਾਈਂਡ ਆਫ ਸਪੰਜ, ਦੇ ਵਰ ਗ੍ਰੈਬਿੰਗ ਐਵਰੀਥਿੰਗ ਫਰੋਮ ਐਕਚੁਅਲੀ ਦੇਅਰ ਕਲੋਨੀਜ਼ ਐਂਡ whole profit they were spending in their own country or in their own actually ਜਿਹੜਾ ਹੈਗਾ ਨੇਸ਼ਨਸ ਦੇ ਵਿੱਚ। ਸੋ ਇਸ ਰੂਪ ਵਿੱਚ ਹੁੰਦਾ ਸੀਗਾ, ਪਰ ਉਹਦੇ ਹੋਣ ਦੇ ਬਾਵਜੂਦ ਵੀ ਉੱਥੇ ਡਿਵੈਲਪਮੈਂਟ ਬੜੀ ਹੋਈ। ਮਤਲਬ ਉਹਨਾਂ ਨੇ ਡਿਵੈਲਪਮੈਂਟ ਰੇਲਵੇ ਤੋਂ ਲੈ ਕੇ ਜਿਹੜਾ ਹੈਗਾ ਨਹਿਰੀਕਰਨ ਕੀਤਾ, ਸਾਰਾ ਪੁਲ ਬਣਾਏ, ਇਨਫਰਾਸਟਰਕਚਰ ਵੱਡੇ ਲੈਵਲ 'ਤੇ ਬਿਲਡ ਕੀਤਾ। ਭਾਵੇਂ ਕਲੋਨੀਅਲ ਇੰਟਰਸਟ ਸੀ ਉਹਨਾਂ ਦੇ, ਪਰ ਫਿਰ ਵੀ ਜਿਹੜੀ ਇੱਕ ਡਿਗਨਿਟੀ ਸਭ ਤੋਂ ਵੱਡੀ ਚੀਜ਼ ਹੁੰਦੀ ਹੈ। ਪਾਰਕ 'ਚ ਲਿਖਿਆ ਹੋਏ ਇੰਡੀਅਨਸ ਐਂਡ ਡੌਗਸ ਆਰ ਨੋਟ ਅਲਾਉਡ। ਤੁਸੀਂ ਆਈਡੀਆ ਲਾਓ ਜਿਉਣਾ ਕਿਸ ਕਿਸ ਤਰੀਕੇ ਨਾਲ ਤੁਹਾਨੂੰ ਚੰਗਾ ਲੱਗੇਗਾ। ਜੇ ਅਸੀਂ ਦੇਖਦੇ ਨਾ ਸਰਦਾਰ ਕਰਤਾਰ ਸਿੰਘ ਸਰਾਭਾ, ਸਰਦਾਰ ਭਗਤ ਸਿੰਘ, ਬੱਬਰ ਅਕਾਲੀ, ਸਭ ਨੂੰ ਉਹਨਾਂ ਉਹ ਕੋਈ ਸਿਰ ਫਿਰੇ ਲੋਕ ਨਹੀਂ ਸੀਗੇ, ਪਾਗਲ ਨਹੀਂ ਸੀਗੇ ਉਹ ਲੋਕ। ਉਹ ਕਹਿੰਦੇ ਵੀ ਕਮਲੇ ਲੋਕ ਸੀਗੇ, ਨੋ 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 ਨੋ, ਦੇ ਵਰ ਐਕਚੁਅਲੀ ਐਜ਼ ਹਿਊਮਨ ਐਜ਼ ਐਨ ਆਰਡੀਨਰੀ ਹਿਊਮਨ ਵੀ ਕੈਨ ਸੇ, ਬਟ ਐਟ ਦ ਸੇਮ ਟਾਈਮ ਕੁਝ ਉਸ ਧਰਤੀ ਤੋਂ ਸੀਰਤ ਮਿਲਦੀ ਹੈ। ਇਹਦੇ ਬਾਰੇ ਤੁਸੀਂ ਖੁਦ ਪੜ੍ਹਨਾ ਹੋਏ ਤੇ ਤੁਸੀਂ ਗਦਰੀ ਬਾਬੇ ਕੌਣ ਸਨ, ਬਹੁਤ ਕਮਾਲ ਦਾ ਕਿਤਾਬਚਾ ਸਰਦਾਰ ਅਜਮੇਰ ਸਿੰਘ ਹਿਸਟੋਰੀਅਨ ਦਾ ਲਿਖਿਆ ਹੋਇਆ। ਮੈਨੂੰ ਪਤਾ ਲੱਗੇਗਾ ਜਿਨ੍ਹਾਂ ਨੇ ਗਦਰ ਮਚਾਇਆ। ਗਦਰ ਦਾ ਮਤਲਬ ਵੀ ਟੈਰਰਿਜ਼ਮ ਹੁੰਦਾ, ਤੇ ਇਹ ਜਿਹੜਾ ਨਾਂ ਵੀ ਇਹ ਉਹਨਾਂ ਨੇ ਦਿੱਤਾ ਕਲੋਨੀਅਲ ਸਿਸਟਮ ਵਾਲਿਆਂ ਨੇ। ਉਹਨਾਂ ਤੇ ਗਦਰ ਨਾ ਮਚਾਇਆ, ਉਹਨਾਂ ਦਾ ਅਨਾਰਕੀ ਨਹੀਂ ਸੀ ਫੈਲਾਈ। ਅਨਾਰਕੀ ਤੇ ਜਿਹੜਾ ਹੈ ਉਸ ਸਟੇਟ ਨੂੰ ਪਈ, ਜਿਹੜੀ ਸਟੈਬਲਿਸ਼ਮੈਂਟ ਸੀਗੀ, ਜਿਹੜੀ ਗਵਰਨਿੰਗ ਬਾਡੀ ਸੀ, ਉਹਨੂੰ ਲੱਗਾ ਵੀ ਉਹ ਇਹਦੇ ਗਦਰ ਮੈ ਗਿਆ। ਕਿਉਂ? ਕਿਉਂਕਿ ਉਹ ਉਸ ਜਿਹੜਾ ਲਾ ਅਨਹਿਊਮਨ ਲਾ ਆ ਉਹਨੂੰ ਫੋਲੋ ਨਹੀਂ ਕਰਦੇ, ਉਹਦੇ ਖਿਲਾਫ ਉਹ ਲੜਦੇ ਨੇ। ਸੋ ਇਸ ਇੱਥੋਂ ਲੋਕ ਤੇ ਉਹਨਾਂ ਨੂੰ ਜਿਹੜੀ ਸਪਿਰਿਟ ਉਹਨਾਂ ਨੇ ਆ ਰਹੀ ਹੈ, ਉਹ ਤੇ ਸਾਡੇ ਕਲਚਰ 'ਚੋਂ ਆ ਰਹੀ ਹੈ। ਕਰਤਾਰ ਸਿੰਘ ਸਰਾਭਾ ਜੀ ਕਿਤੇ ਵਾਰ-ਵਾਰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਗੱਲ ਕਰਦੇ ਨੇ। ਸਰਦਾਰ ਭਗਤ ਸਿੰਘ ਜੀ ਇੱਕੋ ਇੱਕ ਤਸਵੀਰ ਮਿਲਦੀ ਹੈ, ਮਤਲਬ ਫਾਂਸੀ ਲੱਗਣ ਤੋਂ ਪਹਿਲਾਂ ਉਹ ਵੀ ਮੰਜੇ 'ਤੇ ਬੈਠਾ ਤੇ ਆਪਣੇ ਕੇਸ ਉਹਨੇ ਵਧਾਏ ਨੇ ਉਦੋਂ ਸਿਰ 'ਤੇ ਉਹਨੇ, ਕਿਉਂਕਿ ਜਿੰਨਾ ਕੁ ਅਲਾਓ ਹੈ ਸਿਰ 'ਤੇ ਉੱਤੇ ਕੁਛ ਬੰਨਣ ਦਾ ਅਲਾਓ ਨਹੀਂ ਸੀਗਾ ਪ੍ਰਿਜ਼ਨ ਦੇ ਵਿੱਚ, ਪਰ ਫਿਰ ਵੀ ਉਹਨੇ ਜਿਹੜਾ ਹੈਗਾ ਆਪਣੇ ਕੇਸ ਵਧੇ ਨੇ ਉਹਦੇ ਤੋਂ ਉੱਤੇ ਉਹ ਪਾ ਰਿਹਾ ਹੈਗਾ। ਇਹੋ ਜਿਹੀਆਂ ਚੀਜ਼ਾਂ ਤੁਹਾਨੂੰ ਮਿਲ ਜਾਂਦੀਆਂ ਨੇ। ਇਸ ਸਾਰੇ ਦੇ ਮੈਂ ਜਿਹੜੀ ਬੇਨਤੀ ਕਰ ਰਿਹਾ ਕਿ ਸਟਰਗਲ ਸੀਗੀ ਸਭ ਕੁਝ, ਪਰ ਉਸ ਸਟਰਗਲ ਦੇ ਵਿੱਚ ਕੁਝ ਇਹੋ ਜਿਹੀਆਂ ਧਿਰਾਂ ਆਈਆਂ ਜਿਹੜੀਆਂ ਕਹਿੰਦੀਆਂ ਜੀ ਅਸੀਂ ਤੇ ਸੇਵਾਦਾਰ ਹਾਂ, ਵੀ ਰੀਅਲੀ ਵਾਂਟ ਟੂ ਡੂ ਸਮ ਕਾਈਂਡ ਆਫ, ਵੀ ਵਾਂਟ ਟੂ ਸਰਵ ਆਵਰ ਓਨ ਨੇਸ਼ਨ, ਆਵਰ ਓਨ ਪੀਪਲ। ਠੀਕ ਹੈ ਭਾਈ, ਤੁਸੀਂ ਸਰਵ ਕਰੋ। ਉਹ ਕਲੋਨੀਅਲ ਸਿਸਟਮ ਹਟ ਕੇ ਟਰਾਂਸਫਰ ਹੋ ਗਿਆ, ਉਹ ਆ ਗਏ। ਤੇ ਉਸ ਤੋਂ ਬਾਅਦ ਹਾਲਤ ਇਹ ਬਣੀ ਕਿ ਅੱਜ 60-70 ਸਾਲਾਂ ਦੇ ਵਿੱਚ ਗੁਰਬਤ ਦੀ ਇੰਤਹਾ ਆ। 60-70 ਵਰ੍ਹਿਆਂ ਦੇ ਵਿੱਚ ਤੁਸੀਂ ਹਰ ਲੈਵਲ 'ਤੇ ਕਰਪਸ਼ਨ, ਹਰ ਚੀਜ਼ ਨੂੰ ਤੁਸੀਂ ਜਿਹੜਾ ਹੈਗਾ ਇਸ ਸਾਰੇ ਰੂਪਾਂ ਵਿੱਚ ਦੇਖ ਰਹੇ ਹੈਗੇ। ਜੇ ਇਮਾਨਦਾਰਾਨਾ ਰੰਗ ਇੰਨਾ ਹੀ ਹੁੰਦਾ ਤੇ ਅੱਜ ਵੀ ਤੁਸੀਂ ਦੇਖੋਗੇ, ਮੈਂ ਹਰਬਿੰਦਰ ਸਿੰਘ ਮਸਰੂਰ ਜੀ ਦੀਆਂ ਗਜ਼ਲਾਂ ਦੇ ਵਿੱਚੋਂ ਕਈ ਵਾਰੀ ਉਹ ਬਾਤ ਕੋਟ ਕਰਦਾ ਵੀ ਕੁਰਸੀਆਂ ਵਾਲਿਆਂ ਘਰਾਂ ਦੀ ਨੀਤ ਜੇ ਖੋਟੀ ਨਹੀਂ। ਉਹ ਕਹਿੰਦੇ ਜੀ ਸ਼ੱਕ ਨਾ, ਸਰਕਾਰ ਦੀ ਨੀਤ ਤੇ ਸ਼ੱਕ ਨਾ ਕਰੋ। ਇਹ ਕੁਰਸੀਆਂ 'ਤੇ ਜਿਹੜੇ ਬੈਠੇ ਨੇ ਬੜੇ ਇਮਾਨਦਾਰ, ਬੜੇ ਸੇਵਾਦਾਰ ਬੰਦੇ ਨੇ, ਇਹਨਾਂ ਦੀ ਨੀਤ ਤੇ ਸ਼ੱਕ ਨਹੀਂ ਕਰਨਾ ਚਾਹੀਦਾ। ਮਸਰੂਰ ਜੀ ਲਿਖਦੇ ਹੋ, ਕਹਿੰਦੇ ਕੁਰਸੀਆਂ ਵਾਲਿਆਂ ਘਰਾਂ ਦੀ ਨੀਤ ਜੇ ਖੋਟੀ ਨਹੀਂ, ਪਿੰਡ ਦੇ ਪਿੰਡੇ ਤੇ ਫਿਰ ਕਿਉਂ ਮਾਸ ਦੀ ਬੋਟੀ ਨਹੀਂ।
ਪਿੰਡ ਕਿਉਂ ਉਜੜ ਗਏ? ਉਹਨਾਂ ਦੇ ਪਿੰਡਿਆਂ ਤੇ ਮਾਸ ਦੀ ਬੋਟੀ ਨਾ ਰਹਿ ਗਈ। ਹਕੀਕਤ ਇਹ ਹੈ, ਓਏ ਖਾਣ ਵਾਲਿਆ ਭੁੱਖ ਤੇਰੀ ਆਣ ਪਹੁੰਚੀ, ਖਾਣ ਨੂੰ ਮੈਨੂੰ ਵੀ। ਓਏ ਮੈਂ ਮਜ਼ਦੂਰ ਕਿਰਸਾਨ ਹਾਂ, ਮਜ਼ਦੂਰ ਕਿਰਸਾਨ ਦੀ ਰੋਟੀ ਨਹੀਂ। ਰੋਟੀ ਤੇ ਖਾ ਗਏ ਤੁਸੀਂ, ਪਰ ਘੱਟ ਤੋਂ ਘੱਟ ਇਹਨੂੰ ਤੇ ਨਾ ਖਾਓ ਨਾ, ਇਹਨੂੰ ਤੇ ਬਖਸ਼ ਦਿਓ। ਇਹ ਤੇ ਇੰਨਾ ਕਿਤੇ ਨਹੀਂ ਹੋਣਾ ਚਾਹੀਦਾ ਵੀ ਅਲਟੀਮੇਟਲੀ ਇਹਨੂੰ ਵੀ ਖਾ ਜਾਓ ਤੁਸੀਂ ਹੁਣ। ਸੋ ਇਹ ਸੇਵਾ ਦਾ ਇਹ ਸੰਕਲਪ ਤੁਹਾਡੇ ਸਾਹਮਣੇ ਨਜ਼ਰ ਪੈ ਰਿਹਾ ਹੈ। ਪਰ ਇੱਕ ਸੇਵਾ ਦਾ ਸੰਕਲਪ ਗੁਰੂ ਬਾਬਾ ਜੀ ਨੇ ਕਿਹਾ, ਸੇਵਕ ਸੇਵਾ ਤਾਂ ਕਰੇ ਸੱਚ ਸ਼ਬਦ ਪਤੀਣਾ। ਜੇ ਸੱਚ ਦੇ ਸ਼ਬਦ 'ਚ ਮਨ ਪਤੀਜ ਜਾਏ, ਪਤੀਜ ਇਹ ਜਾਏ, ਇਹ ਧਰਤੀ ਤੇ 4 ਦਿਨਾਂ ਦੇ ਮਹਿਮਾਨ ਆ। ਇੱਥੇ ਵੱਡੇ ਵੱਡੇ ਰਾਜੇ, ਵੱਡੇ ਵੱਡੇ ਬਾਦਸ਼ਾਹ, ਵੱਡੀਆਂ ਵੱਡੀਆਂ ਸਲਤਨਤ, ਐਮਪਾਇਰਸ, ਕੁਛ ਵੀ ਨਹੀਂ ਰਿਹਾ। ਅਸੀਂ ਵੀ ਨਹੀਂ ਰਹਿਣਾ ਇੱਕ ਦਿਨ। ਜੋ ਮੌਕਾ ਬਣਿਆ, ਜੋ ਸਾਨੂੰ ਇੱਥੇ ਜਿਹੋ ਜਿਹੀ ਸਰਵਿਸ, ਜਿਹੋ ਜਿਹਾ ਸਮਾਂ, ਜਿਹੋ ਜਿਹੀ ਡਿਊਟੀ ਮਿਲੀ ਹੈ ਕੁਦਰਤ ਦੇ ਇਸ ਬਣਾਏ ਹੋਏ ਨਿਜ਼ਾਮ ਵਿੱਚ, ਉਹਨੂੰ ਸਹੀ ਤਰ੍ਹਾਂ ਨਿਭਾਈਏ। ਇਹ ਸੇਵਾ ਆ ਰੱਬ ਦੇ ਭੈ ਵਿੱਚ ਰਹਿ ਕੇ। ਅਗਲਾ ਬਚਨ ਹੈ, ਸ਼ਬਦੇ ਪਤੀਜੈ ਅੰਕ ਪੀਜੈ ਸੋ ਮਹਿਲ ਮਹਿਲਾਂ ਅੰਤਰੇ। ਜਿਹੜੇ ਸ਼ਬਦ ਵਿੱਚ ਪਤੀਜ ਕੇ ਤੁਰਦੇ ਨੇ ਨਾ, ਮਹਾਰਾਜ ਕਹਿੰਦੇ ਉਹ ਫਿਰ ਮਹਿਲ ਮਹਿਲਾਂ ਅੰਤਰੇ, ਵੱਡੇ ਵੱਡੇ ਮਹਿਲ ਦਾ ਅਸਲ ਵਿੱਚ ਮਾਲਕ, ਸਮੁੱਚੇ ਸੁੱਖ ਦਾ ਮਾਲਕ, ਉਸ ਜਿਹਦੇ ਹਿਰਦੇ 'ਚ ਆ ਵਸਦਾ ਆ, ਤੇ ਉਹ ਇਕੱਲਾ ਹਿਰਦੇ 'ਚ ਨਹੀਂ ਵਸਦਾ, ਉਸ ਨੂੰ ਵੀ ਆਪਣੇ ਮਹਿਲ 'ਚ ਬੁਲਾ ਲੈਂਦਾ ਹੈ। ਭਾਵ ਉਹਦਾ ਸਮੁੱਚਾ ਜੀਵਨ ਮਹਾਸੁਖ ਨਾਲ ਭਰ ਜਾਂਦਾ ਹੈ। ਅਗਲਾ ਬਚਨ ਲਿਖਿਆ ਹੈ, ਆਪ ਕਰਤਾ ਕਰੇ ਸੋਈ ਪ੍ਰਭ ਆਪ ਅੰਤ ਨਿਰੰਤਰੇ। ਬਾਕੀ ਕਰਨ ਕਰਾਉਣ ਵਾਲਾ ਆਪੇ ਆਪ ਹੈ। ਆਪ ਅੰਤ ਨਿਰੰਤਰੇ, ਤੇ ਉਹਦਾ ਨਿਰੰਤਰ ਬਿਨਾਂ ਬਿਥ ਵਿਤਕਰੇ ਤੋਂ ਉਹਦਾ ਕੋਈ ਥੋ ਟਿਕਾਣਾ ਤੇ ਹੈ ਨਹੀਂਗਾ। ਸਿਰਫ ਗੁਰੂ ਸਾਹਿਬ ਇਹ ਸਮਝਾ ਰਹੇ ਨੇ ਕਿ ਇਹ ਕੋਈ, ਜਿੰਨੀ ਮੈਂ ਬਾਤ ਕਰ ਰਿਹਾ ਆ, ਇਹੀ ਬਾਤ ਕੋਈ ਫਾਈਨਲ ਬਾਤ ਨਹੀਂ ਹੋ ਜਾਂਦੀ ਉਹਦੇ ਬਾਰੇ। ਇਹ ਗੁਰਬਾਣੀ ਹੈ, ਉਹ ਇਸ ਤੋਂ ਵੀ ਕਿਤੇ ਵੱਡਾ ਆ, ਮੇਰੀ ਗੱਲ ਤੋਂ ਵੀ ਵੱਡਾ ਆ, ਮੇਰੀ ਸੋਚਣ ਤੋਂ ਵੀ ਵੱਡਾ ਆ। ਅਗਲੀ ਬਚਨ ਜਿਹੜਾ ਕਿਹਾ, ਗੁਰੂ ਸ਼ਬਦ ਮੇਲਾ ਤਾਂ ਸੁਹੇਲਾ ਬਾਜੰਤ ਅਨਹਦ ਪੀਣਾ। ਇਹ ਤੇ ਹੈ ਗੁਰੂ ਕੇ ਸ਼ਬਦ ਨਾਲ ਮਿਲ ਕੇ, ਗੁਰ ਸ਼ਬਦ ਮੇਲਾ ਤਾਂ ਸੁਹੇਲਾ, ਫਿਰ ਅਸਲ ਮਹਾ ਸੁਖ ਵਾਲੇ ਪਾਸੇ ਸੁਰਤ ਜਾ ਰਹੀ ਹੈ। ਬਾਜੰਤ ਅਨਹਦ ਬੀਣਾ, ਇੱਕ ਵੀਣਾ ਵੱਜ ਰਹੀ ਹੈ, ਇੱਕ ਅਨੰਦ ਸੰਗੀਤ ਵੱਜ ਰਿਹਾ ਸੁਰਤ ਵਿੱਚ। ਇਹ ਕੋਈ ਪੈਰਾਨੋਇਡਸ ਹੋਣ ਦੀ ਗੱਲ ਨਹੀਂ ਹੈ। ਜੋ ਸਾਡੀ ਸੋਚ ਵਿੱਚ ਹਰ ਵਕਤ ਚੀਜ਼ਾਂ ਚੱਲਦੀਆਂ ਨੇ, ਉਹਦੇ 'ਚ ਫਿਕਰ ਹੋ ਸਕਦਾ ਹੈ, ਉਹਦੇ ਵਿੱਚ ਸਵਾਰਥ ਹੋ ਸਕਦਾ ਹੈ, ਹੰਕਾਰ ਹੋ ਸਕਦਾ ਹੈ, ਇਲਿਊਜ਼ਨ, ਮਾਇਆਵੀ ਸੋਚ ਹੋ ਸਕਦੀ ਹੈ। ਉਹਦੇ ਵਿੱਚ ਬਹੁਤ ਰੀਅਲਿਸਟਿਕ ਵੇ ਦੇ ਨਾਲ ਬੜਾ ਵਾਈਜ਼ ਸਕੂਲ ਆਫ ਥਾਟ ਵੀ ਹੋ ਸਕਦਾ ਹੈ, ਜਿਹੜਾ ਹਰ ਚੀਜ਼ ਨੂੰ ਬੜੇ ਪਿਓਰ ਤੇ ਬੜੇ ਸੁਪੀਰੀਅਰ ਲੈਵਲ 'ਤੇ ਅੰਡਰਸਟੈਂਡ ਕਰਨ ਵਿੱਚ ਮਦਦ ਕਰਦਾ ਹੈ। ਸਾਡੀ ਇਹੀ ਸੁੱਖ ਹੈ। ਬੰਦੇ ਨੂੰ ਜਿੰਨੇ ਸੋਹਣੇ ਢੰਗ ਦੇ ਨਾਲ ਧਰਤੀ ਦੀ ਹਰ ਚੀਜ਼, ਹਰ ਬਾਤ ਨੂੰ ਪਰਸੀਵ ਕਰਨ ਦੀ ਜਾਚ ਆ ਜਾਏਗੀ, ਓਨਾ ਹੀ ਸੁਖੀ ਹੋ ਜਾਏਗਾ, ਓਨਾ ਹੀ ਚੰਗੇਰਾ ਹੋ ਜਾਏਗਾ। ਇੱਥੇ ਗੁਰੂ ਸਾਹਿਬ ਨੇ ਕਿਹਾ ਕਿ ਉਹ ਬਾਤ ਬਣ ਗਈ, ਗੁਰ ਸ਼ਬਦ ਮੇਲਾ ਤਾਂ ਸੁਹੇਲਾ ਬਾਜੰਤ ਅਨਹਦ ਬੀਣਾ। ਗੁਰ ਮਹਿਲ ਨਹੀਂ ਕਰੇ ਆਪਣੇ ਸੋ ਭਰਪੂਰ ਲੈਣਾ। ਸਭ ਤੋਂ ਵੱਡੇ ਮਹਿਲ ਦੇ ਮਾਲਕ ਨੂੰ ਜਦੋਂ ਮੈਂ ਆਪਣੇ ਮਨ ਦੀ ਸਤ੍ਹਾ 'ਤੇ ਵਸਾ ਲਿਆ, ਉਹ ਧਰਾਤਲ 'ਤੇ ਲੈ ਆਂਦਾ ਭਰਪੂਰ ਲੈਣਾ। ਮੈਨੂੰ ਸਾਰੀ ਕਾਇਨਾਤ ਉਹਦੇ ਰੰਗ 'ਚ ਰੰਗੀ ਹੋਈ ਨਜ਼ਰ ਪੈਣ ਲੱਗ ਗਈ। ਇੱਕ ਪਦਾ ਰਹਿ ਗਿਆ ਇਸ ਚੰਦ ਦਾ, ਜਿਹਦੀ ਵਿਚਾਰ ਆਉਂਦੇ ਸਮੇਂ 'ਚ ਕਰਾਂਗੇ। ਅੱਜ ਵਾਸਤੇ ਇੱਥੇ ਸਮਾਪਤੀ। ਭੁਲਾਂਗਲ ਤੇ ਨਾ ਚਤਾਰਿਓ। ਸਭ ਪ੍ਰੇਮ ਕਹਿ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।